कैबिनेट मंत्री से पूछताछ, 4.5 घंटों तक की गई गुरप्रीत सिंह कांगड़ से पूछताछ के दौरान बदले नजर आए गुरप्रीत सिंह कांगड़ के हाव भाव। पैसे के लेन देन को लेकर हुई तोड़फोड़, गुंडों ने दुकान में घुसकर की मारपीट, पुलिस को देख गुंडे मौके से फरार। पुलिस ने चलाया नशा विरोधी मुहिम, स्कॉर्पियो चालक के पास से नशीला पदार्थ बरामद, पुलिस ने आरोपी को किया गिरफ्तार। सांसद सुरेश कश्यप ने की केंद्र सरकार की सराहना, केंद्र सरकार की 9 साल की उपलब्धियों को गिनाया। पिता ने अमानवीय घटना को दिया अंजाम, अपनी बच्ची की पीट कर की हत्या, बच्ची को अस्पताल दाखिल करवाकर पिता फरार। नमस्कार, मैं हूं आपके साथ नबीला उरूज और आप देख रहे हैं आज की खबर। रुक करते हैं पंजाब हरियाणा की बड़ी खबरों की तरफ। अमृतसर के अजनाला शहर में कुछ अज्ञात बदमाशों ने घर में घुसकर एक सेवानिवृत्त 80 साल के बुजुर्ग महिला की बेरहमी से हत्या कर दी। वहीं उसके बाद मृतका के बेटे ने कहा कि उसे पुलिस पर भरोसा नहीं है और उसने केस को लेकर जांच की मांग की है, जिसके बाद पुलिस इस मामले की जांच में जुट गई। अनफॉर्चुनेट इंसीडेंट है जी, मर्डर होया है, बजुर्ग लेडी है जी, और ਅਸੀਂ हर पहलू ਤੇ ਤਫਤੀਸ਼ ਕਰ ਰਹੇ ਹਾਂ। ਤਫਤੀਸ਼ ਕਰਕੇ ਅਸੀਂ ਇਹਦੇ ਨਤੀਜੇ ਤੇ ਵੀ ਪਹੁੰਚਾਂਗੇ ਔਰ ਕਲਪਿਟ ਨੂੰ ਅਸੀਂ ਬਹੁਤ ਛੇਤੀ ਫੜ ਲਾਂਗੇ। ਸਰ, ਇੱਕ ਹਫ਼ਤੇ 3 ਮਰਡਰ ਹੋ ਗਏ ਅਜਨਾਲਾ ਖੇਤਰ 'ਚ, ਕਿਵੇਂ ਦੇਖਦੇ ਜੋ ਬਹੁਤ ਹਾਲਾਤ ਅਜਨਾਲਾ ਵਾਸੀ ਸਹਿਮੇ ਪਏ ਆ, ਕਿਵੇਂ ਦਾ ਵਿਸ਼ਵਾਸ? ਕੋਈ ਦੇਖੋ, ਮੇਰੀ ਗੱਲ ਸੁਣੋ, ਇਹ ਸਹੀ ਖਬਰ ਪਹੁੰਚਾਉਣੀ ਸਾਡਾ ਤੇ ਤੁਹਾਡਾ ਸਾਰਿਆਂ ਦਾ ਇਕੱਠਾ ਜ਼ਿੰਮਾ ਹੈ। दूसरा मर्डर है जी, पहला मर्डर भी सीगा, ਉਹਦੇ 'ਚ 2 ਮੁਲਜ਼ਮ ਸੀ, ਹਸਬੈਂਡ ਵਾਈਫ, ਉਹ ਵੀ ਅਰੈਸਟ ਹੋ ਚੁੱਕੇ ਆ। ਅੱਜ ਅਨਫੋਰਚੂਨੇਟਲੀ ਜਿਹੜਾ ਇਹ ਮਰਡਰ ਹੋਇਆ ਆ ਉਹ ਵੀ ਪਹਿਲਾਂ ਵੀ 1 ਵਜੇ ਮੈਨੂੰ ਇਹਨਾਂ ਘਰੋਂ ਭੇਜਿਆ, 1 ਵਜੇ ਭੇਜਿਆ ਮੈਨੂੰ ਘਰੋਂ ਕਿ ਸਾਡੇ ਗੁਆਂਢ ਦੇ ਵਿੱਚ ਨਾ ਇੱਕ ਡੈਥ ਹੋਈ ਕਿ ਉਹਨਾਂ ਦੀ ਕਿਰਿਆ ਰਸਮ ਸੀ ਤੇ ਮੈਂ ਉੱਥੇ ਗਿਆ ਵਾਂ ਤੇ ਜਦੋਂ ਮੈਂ 2 ਵੀਕ ਵਾਪਸ ਆਇਆ, ਆਉਂਦਿਆਂ ਨੂੰ ਇਹ ਸਾਰਾ ਹੋ ਚੁੱਕਾ। ਲੁੱਟ-ਖੋਹ ਦੇ ਵਿੱਚ ਜਿਹੜੀਆਂ ਵਾਲੀਆਂ ਨੇ ਨਾ ਉਹ ਨੇ, ਬਾਕੀ ਗਹਿਣਾ ਤੇ ਮੈਂ ਅਜੇ ਦੇਖਣਾ, ਸਾਰਾ ਚੈੱਕ ਕਰਨਾ। ਹਾਂਜੀ, ਨਹੀਂ ਅਲਮਾਰੀ ਖੁੱਲੀ ਸੀ, ਉਹ ਕਰ ਲਈ ਤੇ ਇਹ ਸੀ ਕੀ ਮੰਗ ਇਨਸਾਫ ਦੀ ਕਰਨੇ ਜੇ ਹੋਇਆ ਤੇ ਹੋਰ ਕੀ। ਕੋਈ ਹੋਰ ਸੀ ਇਸ ਸਮੇਂ, ਉਸ ਸਮੇਂ ਦਾ ਨਾ ਕੋਈ नहीं कर, बच्चे सारे चंडीगढ़ होंगे। बठिंडा में आमदनी से ज्यादा जायदाद के मामले पर पूर्व कैबिनेट मंत्री गुरप्रीत सिंह कांगड़ को विजिलेंस विभाग ने 6वीं बार फिर से पूछताछ के लिए बुलाया और इस दौरान करीब 4.5 घंटे गुरप्रीत सिंह से पूछताछ की गई। वहीं पेशी के दौरान गुरप्रीत कांगड़ के हाव भाव बदले नजर आए। बता दें, बीते दिनों गुरप्रीत सिंह को दिल्ली एयरपोर्ट से चल रही इंक्वायरी के तहत विदेश जाने से रोक लिया गया था। उसके बाद उन्होंने अपना स्पष्टीकरण देते हुए कहा था कि इस बात की सूचना देने के बाद विवाह समारोह में विदेश जा रहे हैं। मैं कोई विदेश भागने की फिराक में नहीं हूँ। ਜਿਹੜੀ ਮੇਰੀ ਵਿਜੀਲੈਂਸ ਦੀ ਇਨਕੁਆਇਰੀ ਚੱਲ ਰਹੀ ਸੀ ਪਿਛਲੇ ਸਮੇਂ ਤੋਂ, ਪਿਛਲੇ 2-2.5 ਮਹੀਨਿਆਂ ਤੋਂ ਮੇਰੀ ਕੋਈ ਹੈਲਥ ਪ੍ਰੋਬਲਮ ਸੀ, ਇਸ ਕਰਕੇ ਮੈਥੋਂ ਆਇਆ ਨਹੀਂ ਸੀ। ਕੁਝ ਮੇਰੇ ਡਾਕੂਮੈਂਟਸ ਰਹਿੰਦੇ ਸੀ ਪਰਫਾਰਮੇ ਦੇ ਵਿੱਚੋਂ, ਅੱਜ ਉਹਦੀ ਪੂਰੀ ਕਰਕੇ ਅਸੀਂ ਜਿੰਨੇ ਵੀ ਡਾਕੂਮੈਂਟ ਇਹਨਾਂ ਨੇ ਮੰਗੇ ਸੀ, ਅੱਜ ਮੈਂ ਪੂਰੀ ਕਰਕੇ ਉਹਨਾਂ ਨੂੰ ਸਾਰੀ ਆਪਦੀ ਫਾਈਲ ਦੇ ਕੇ ਚੱਲ। ਪ੍ਰੋਪਰਟੀ ਦੀਆਂ ਹੁੰਦੀਆਂ ਪਰਫਾਰਮਾ, ਜੋ ਵਿਜੀਲੈਂਸ ਦਾ ਜੋ ਵੀ ਇਹਨਾਂ ਦਾ ਪ੍ਰੋਸੈਸ ਹੈ, ਉਸ ਦੇ ਮੁਤਾਬਕ ਮੈਂ ਅੱਜ ਜੋ ਇਹਨਾਂ ਦੀ ਡਿਮਾਂਡ ਸੀ, ਕੋਈ ਪ੍ਰੋਪਰਟੀ ਦੀ ਨਵੀਂ ਖਰੀਦ ਦੀ, ਵੇਚੀ ਵੱਟੀ ਦੀ, ਉਹ ਦੱਸਿਆ ਗਿਆ। ਉਹ ਸਾਰੇ ਤੱਥ ਮੈਂ ਇਹਨਾਂ ਦੇ ਸਾਹਮਣੇ ਰੱਖੇ ਆ। ਬਿਹਾਰ ਬਹੁਤਾ ਚੰਗਾ ਨਹੀਂ, ਹਾਂ ਮੈਂ ਕਈ ਵਾਰੀ ਇਸ ਵਾਰ ਵੀ ਇਸੇ ਤਰੀਕੇ ਦਾ ਹਾਂ ਬਹੁਤਾ ਅੱਛਾ ਨਹੀਂ। ਮਤਲਬ ਵੇਖੋ ਹੁਣ 10:30 ਵਜੇ ਤੋਂ 10:15 ਵਜੇ ਦੇ ਆਏ ਵੇ ਆ ਤੇ ਬਹਾ ਕੇ ਮਤਲਬ ਨਾ ਚਾਹ ਨਾ ਪਾਣੀ, ਤੇ ਮਤਲਬ ਮਹਿਸੂਸ ਤਾਂ ਹੁੰਦਾ ਹੀ ਆ ਵੀ ਸਵਾਲ ਮੈਂ ਪੁੱਠੇ ਸਿੱਧੇ, ਜਿਹਦਾ ਕੋਈ ਤੋਕੀ ਨਹੀਂ ਬਣਦੀ, ਜਿਹਨੂੰ ਕਿਤੇ ਜੇ ਕਿਤੇ ਮਤਲਬ ਕਹਿ ਦੇਣਾ ਵੀ ਤੁਹਾਡੀ ਹੋਰ ਕੋਲੇ ਜ਼ਮੀਨ ਹੈ ਜੀ 250 ਏਕੜ, ਤੁਹਾਡੇ ਕੋਲ ਫਲਾਨੀ ਜ਼ਮੀਨ ਹੈ, ਬੇਤੁਕੀਆਂ ਕਹਿੰਦੇ ਜੀ ਸਾਡੇ ਕੋਲ ਚਿੱਠੀਆਂ ਪਾਈਆਂ ਪਈਆਂ, ਲੋਕਾਂ ਦੀਆਂ ਗੁੰਮਸ਼ੁਦਾ ਚਿੱਠੀਆਂ ਪਾਈਆਂ ਪਈਆਂ। ਮੈਂ ਕਿਹਾ ਵੀ ਜਾ ਕੇ ਮਤਲਬ ਵੇਖੋ ਤੇ ਸਾਡੇ ਨਾਂ ਕਰਾ ਦਿਓ, ਫਿਰ ਸਾਨੂੰ ਤਾਂ ਪਤਾ ਨਹੀਂ ਕਿੱਥੇ ਸਾਡੀ ਜ਼ਮੀਨ। ਸਾਰੇ ਬੈਠੇ ਸੀ, ਸਾਰੇ ਸਟਾਫ ਬੈਠਾ ਸੀ। ਕੀ ਕਹਿ ਸਕਦੇ ਹਾਂ ਜੀ, ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਉਹ ਮਨਪ੍ਰੀਤ ਹੀ ਬਾਦਲ ਜਵਾਬ ਦੇਣਗੇ, ਮੈਂ ਇਹਦੇ ਬਾਰੇ ਉਹਨਾਂ ਬਾਰੇ ਕੀ ਕਹਿ ਸਕਦੇ ਹਾਂ ਜੀ। ਸਰਕਾਰ ਹੁਣ ਵਿਜੀਲੈਂਸ ਹੈ, ਮੈਂ ਤਾਂ ਵਿਜੀਲੈਂਸ ਦੇ ਸਾਹਮਣੇ ਆਇਆ। खबर कपूरथला से है, जहां पिछले महीने युवक की हत्या हो गई थी, जहां उसे सरकारी अस्पताल में पहुंचाया गया और मौजूदा डॉक्टरों ने मौत का कारण नशे को ओवरडोज बताया। मृतक की मां ने बताया उसके पति दुबई में काम करते थे और अपने बेटे की मौत का पता चलने पर सदमा बर्दाश्त नहीं कर पाए और ड्यूटी के दौरान दिल का दौरा पड़ने से उनकी मौत हो गई। इस मौके पर मृतक की मां ने पंजाब सरकार से न्याय की मांग करते हुए कहा कि मेरे बेटे की हत्या करने वाले दोषियों को जल्द से जल्द गिरफ्तार किया जाए।
ਨੂੰ ਘਰੋਂ ਕੋਈ ਲੈ ਗਿਆ ਸੀ ਮੁੰਡਾ ਜੀ ਸਾਡੇ ਮਹੱਲੇ ਦਾ ਹੀ ਆ ਰਾਜਾ ਉਹਦਾ ਨਾਮ ਆ ਬਸ ਮੈਨੂੰ ਬਾਬੇ ਦਾ ਕਹਿ ਕੇ ਲੈ ਗਿਆ ਕਿ ਅਸੀਂ ਬਾਬੇ ਦੇ ਚੱਲੇ ਮਰਾਸ਼ਾ ਚੱਲੇ 5:30 ਵਜੇ ਲੈ ਗਏ ਮੁੜ ਕੇ ਇਹਨੇ ਦੱਸਿਆ ਨਹੀਂ ਵੀ ਕਿੱਥੇ ਲੈ ਕੇ ਗਿਆ ਕਿੱਥੇ ਨਹੀਂ ਸ਼ੁੱਕਰਵਾਰ ਸਾਨੂੰ 9 ਵਜੇ ਫੋਨ ਕਰ ਦਿੱਤਾ ਵੀ ਮਤਲਬ ਉੱਥੇ ਤੁਹਾਡਾ ਬੇਟਾ ਪਿਆ ਆ ਅੱਛਾ ਜੀ ਅਸੀਂ ਉੱਥੋਂ ਚੱਕ ਕੇ ਟਾਂਡੇ ਲੈ ਗਏ ਠੀਕ ਹੈ ਜੀ ਟਾਂਡੇ ਜਦੋਂ ਮੈਂ ਗਈ ਤਾਂ ਉਹਨਾਂ ਨੇ ਕਹਿਣਾ ਮਤਲਬ ਇੱਥੇ ਖਤਮ ਆ ਉੱਥੇ ਸਰਪੰਚ ਮੈਂਬਰ ਪਹੁੰਚੇ 2 ਜਣੇ ਇਹਨਾਂ ਨੇ ਮੇਰੇ ਕੋਲ ਸਾਈਨ ਕਰਵਾ ਲਏ ਵੀ ਮਤਲਬ ਅਸੀਂ ਮੈਨੂੰ ਕਹਿੰਦੇ ਵੀ ਮਤਲਬ ਡੈੱਡ ਬੋਡੀ ਬਸ ਖਾਣੇ ਆ ਪੋਸਟਮਾਰਟਮ ਲਈ ਤੇ ਉੱਥੇ ਲੈ ਗਏ ਉਹ ਮੈਂ ਉੱਥੇ ਸਾਈਨ ਕਰ ਦਿੱਤੇ ਉਹ ਸਾਈਨ ਝੂਠੇ ਸੀ ਬਾਅਦ ਚ ਮੈਨੂੰ ਪਤਾ ਜੀ ਪਹਿਲੀ ਗੱਲ ਤਾਂ ਅਸੀਂ ਇਸ ਸਮੇਂ ਦੁੱਖ ਦੀ ਘੜੀ ਵਿੱਚ ਖੜੇ ਹਾਂ ਜੋ ਕਿ ਸ਼ਮਸ਼ਾਨ ਘਾਟ ਦੇ ਵਿੱਚ ਜੋ ਪਰਮਾਤਮਾ ਨੇ ਇਹਨਾਂ ਦੇ ਦਿਲਾਂ ਦੀ ਸੱਟ ਲਾਈ ਹੈ ਉਹਨੂੰ ਅਸੀਂ ਪੂਰਾ ਨਹੀਂ ਕਰ ਸਕਦੇ ਪਰ ਜਿੰਨਾ ਵੀ ਹੋ ਸਕੇ ਸਾਡੇ ਵੱਲੋਂ ਸਹਿਯੋਗ ਹੋ ਸਕਦਾ। ਨੰਬਰ 2 ਜੋ ਪੰਜਾਬ ਦੇ ਅੰਦਰ ਇੱਕ ਨਸ਼ਾ ਚਲਾਇਆ ਗਿਆ ਇਹਨੂੰ ਕੋਈ ਵੀ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਚਾਹੇ ਅਕਾਲੀਆਂ ਦੀ ਹੋਵੇ ਚਾਹੇ ਬੀਜੇਪੀ ਇਹਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹਦੇ ਨਾਲ ਜਵਾਨ ਬੱਚਿਆਂ ਦੀ ਮੌਤ ਹੋ ਰਹੀ है और ਜਿਹਦੇ ਨਾਲ पुलिस ने नशा विरोधी मुहिम पर एक्शन दिखाते हुए कपूरथला के कांजली गांव में एक नाकेबंदी पर एक स्कॉर्पियो चालक को रोका और उसकी तलाशी के दौरान उस कार चालक के पास से 180 ग्राम हेरोइन और 10 लाख रुपए ड्रग मनी बरामद किया और आरोपी युवक को गिरफ्त में लेकर मामला दर्ज किया और युवक से पूछताछ शुरू कर दी। सरकार की हिदायत अनुसार जो नशा विरोध मुहिम चलते हुए साढ़े एसएम साहब श्री राजपाल संधू की हिदायत अनुसार ਸਾਡੇ ਐਸਪੀਡੀ ਸਾਹਿਬ ਮੈਂ ਤੇ ਮੇਰੇ ਨਾਲ ਇੰਸਪੈਕਟਰ ਸੀ ਇਹਦੀ ਟੀਮ ਨੇ ਇਨਫੋਰਮੇਸ਼ਨ ਮਿਲਣ ਤੇ ਇੱਕ ਅਸੀਂ ਨਾਕਾਬੰਦੀ ਕੀਤੀ ਸੀ ਕਾਲੀ ਰੋਡ ਤੇ ਦੌਰਾਨੇ ਚੈਕਿੰਗ ਇੱਕ ਗੱਡੀ ਕਾਲੇ ਰੰਗ ਦੀ ਸਕਾਰਪੀਓ ਕਾਬੂ ਕੀਤੀ ਜਿਸ ਚੋਂ ਇੱਕ ਸਾਨੂੰ ਵਿਅਕਤੀ ਲਵਪ੍ਰੀਤ ਸਿੰਘ ਵਾਸੀ ਡੋਗਰਾਮ ਦਾ ਮਿਲਿਆ ਜਿਸ ਪਾਸੋਂ ਤਲਾਸ਼ੀ ਕਰਦੇ 180 ਗ੍ਰਾਮ ਹੈਰਨ ਤੇ 10 ਲੱਖ ਡਰੱਗ ਮਨੀ ਰਿਕਵਰ ਹੋਈ ਜਿਸ ਤੇ ਅਸੀਂ ਕੱਲ ਪਰਚਾ ਦਰਜ ਸ਼ੁਰੂ ਕਰਤਾ ਦਰਜ ਕਰਨ ਤੋਂ ਬਾਅਦ ਤਫਤੀਸ਼ ਚੱਲ ਰਹੀ ਹੈ। हाँ तफ्तीश कर रहे हैं फिर यही थोड़ा पता लगा। कपूरथला के सुनियारा बाजार में पैसे के लेन देन को लेकर विवाद हो गया जिसके बाद कुछ गुंडे धार हथियार लेकर दुकान पर पहुंचे और तोड़फोड़ करनी शुरू कर दी। वहीं जब दुकानदारों ने विरोध किया तो गुंडों ने दुकानदारों को धमकाना शुरू कर दिया जिसके बाद पास के दुकानदारों ने पुलिस को सूचना दी। वहीं मौके पर पहुंची पुलिस को देखते ही गुंडे फरार हो गए। बता दें दुकानदारों ने पुलिस पर आरोप लगाया कि पुलिस ने गुंडों को पकड़ने की जगह उनको भगा दिया और इस बात से आक्रोशित दुकानदारों ने पुलिस के खिलाफ जमकर नारेबाजी की। आंदे नहीं सी पिछों कोई गुंडे अफसर आए आ दुकान की तोड़भन की मेरे वर्कर को कुटिया पैक होकर ले गए तो जे पब्लिक ना होंगी ये बंदा मर जाना या पब्लिक ने धन्यवाद पब्लिक ने बजाया पुलिस ने कुछ नहीं किया। पुलिस मुख्य दर्शक बनी देखती रही शहर की पुलिस बजाय वाले पुलिस लाई है पर पुलिस ने कुछ भी नहीं किया जाकि ड्यूटी पुलिस की बनती फर्ज पुलिस का बनता बंदे जान माल की भाज करनी पब्लिक हथियार चलाने पे मैं हुणी आया ही हाँ तो बंदा मेरा मरिया पे एंबूलेंस किसी एंबूलेंस आती नहीं पई पब्लिक दादी हथ नहीं पाँगी पई क्योंकि कहते एक कतल थोड़ी लेना अपने वो बंदा मरने पे वा एंबूलेंस को फोन कर रहे एंबूलेंस आती नहीं पई नहीं जो बंदे आए सी लुट सुट करन आए की नहीं पता कौन है पुलिस लगी फड़ के बंदे ਸ਼ੌਪ ਤੇ ਬੈਠਾ ਆਇਆ ਸੀ ਤੇ ਮੈਂ ਦੇਖਿਆ ਤੇ ਰੌਲਾ ਆਇਆ ਮੈਨੂੰ ਆਵਾਜ਼ ਹੀ ਆ ਰਹੀ ਸੀਗੀ ਮੈਂ ਕਾਊਂਟਰ ਤੇ ਬੈਠਾ ਸੀ ਮੈਂ ਸ਼ੀਸ਼ੇ ਤੋਂ ਦੇਖਿਆ ਤਿੰਨ ਚਾਰ ਜਣੇ ਬੰਦੇ ਉੱਥੇ ਖੜੇ ਸੀਗੇ ਤੇ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਜਾ ਕੇ ਦੇਖ ਕੇ ਕੋਈ ਕੀ ਚੱਕਰ ਹੈਗਾ ਵਾ ਤੇ ਮੁੰਡੇ ਨੇ ਮੈਨੂੰ ਦੱਸਿਆ ਵੀ ਉਹਨਾਂ ਨੇ ਸ਼ੀਸ਼ੇ ਭੰਨੇ ਹੋਏ ਤਾਂ ਬੰਦਾ ਥੱਲੇ ਲੰਮੇ ਪਿਆ ਆ ਵਾ ਡਿੱਗਾ ਪਿਆ ਖੂਨ ਨਾਲ ਲਿਬੜਿਆ ਪਿਆ ਸਾਰਾ ਹੀ। ਮੈਂ ਜਾਂ ਇੱਥੋਂ ਗਿਆ ਵਾ ਉੱਥੇ ਜਾ ਕੇ ਦੇਖਿਆ ਵਾ ਤੇ ਜਿੱਦਾਂ ਮੈਂ ਦੇਖਿਆ ਉਹਨੂੰ ਮੈਂ ਚਿੱਟੇ ਮਾਰੇ ਉਹਨੂੰ ਉਹ 'ਚ ਲਿਆਂਦਾ ਉਹ 'ਚ ਨਹੀਂ ਆਇਆ ਲੰਮੇ ਪਿਆ ਰਿਹਾ ਤੇ ਮੈਨੂੰ ਤਾਂ ਮਾਮਲਾ ਸਮਝ ਨਹੀਂ ਲੱਗੀ ਉਦੋਂ ਮੈਂ ਦੇਖਿਆ ਦੁਕਾਨ ਟੁੱਟੀ ਪਈ ਹੈ। ਮੈਂ ਆਂਢ ਗੁਆਂਢ ਪੁੱਛਿਆ ਆਂਢ ਗੁਆਂਢ ਵੀ ਕੋਈ ਕਹਿੰਦੇ ਜੀ ਇੱਦਾਂ ਪਤਾ ਨਹੀਂ ਕੋਈ ਆ ਕੇ ਮਾਰ ਗਿਆ ਤੇਰੇ ਪੈਸੇ ਕੱਢ ਕੇ ਲੈ ਗਿਆ ਵਾ ਤੇ ਚੈਨ ਵੀ ਸੀ ਚੈਨ ਖੋ ਕੇ ਲੈ ਗਿਆ ਚੋਂ ਟਾਂਕਾ ਲਾਉਂਦਾ ਹੋਇਆ ਸੀਗਾ ਮਾਰੇ ਹਾਲੀ ਮੈਂ ਗੱਲ ਕਰਦਾ ਹੀ ਵਿਆਹ ਸੀਗਾ ਉਦੋਂ 8-9 ਜਾਣੇ ਕਿਰਪਾਨਾਂ ਬੜੀਆਂ ਬੰਦੇ ਐਂ ਨੂੰ ਭੱਜੇ ਹੁਣ ਮੇਰੇ ਨੂੰ ਜਨਾਬ। ਮੈਂ ਉੱਥੋਂ ਉੱਠ ਕੇ ਆਪਣੀ ਪਹਿਲਾਂ ਸ਼ੋਪ ਵਾਲਾ ਆਇਆ ਪਹਿਲਾਂ ਮੈਂ ਦੁਕਾਨ ਦੇ ਓਨਰ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਮੈਨੂੰ ਓਨਰ ਘਬਰਾ ਗਿਆ ਉਹਨਾਂ ਨੇ ਕਹਿੰਦਾ ਤੂੰ ਇੱਦਾਂ ਕਰ ਪਹਿਲਾਂ ਜਾ ਕੇ ਪੁਲਿਸ ਨੂੰ ਫੋਨ ਕਰ। ਮੈਂ ਜਨਾਬ ਪੁਲਿਸ ਨੂੰ ਫੋਨ ਕੀਤਾ ਉਨੀ ਦੇਰ ਤੱਕ ਗੁੰਡਾਗਰਦੀ ਦੁਬਾਰਾ ਉਹਨੇ ਆ ਕੇ ਫੇਰ ਕੀਤੀ ਹੈ ਦੁਬਾਰਾ ਦੂਜੀ ਵਾਰੀ ਫੇਰ ਦੁਕਾਨ ਭੰਨੀ ਹੈ ਉਹਦੀ। नाहन के संसदीय क्षेत्र के सांसद सुरेश कश्यप ने केंद्र सरकार की जमकर सराहना की और कहा कि मोदी सरकार के बीते 9 साल सेवा सुशासन व गरीब कल्याण को समर्पित रहे हैं और केंद्र सरकार ने देश के प्रत्येक वर्ग के लिए अनेकों जन कल्याणकारी योजनाएं चलाई जिसको लेकर इन दिनों प्रदेश में भारतीय जनता पार्टी जनसंपर्क अभियान के माध्यम से लोगों के घर घर जाकर केंद्र की मोदी सरकार की उपलब्धियां गिनवा रही है। आजकल
लोकसभा का चुनाव के दृष्टिगत और केंद्र सरकार के सेवा सुशासन और गरीब कल्याण के 9 वर्ष पूरे होने के उपलक्ष्य में पूरे देश में और प्रदेश भर में महाजनसंपर्क अभियान चला हुआ है, जिसके मार्फत हमारे पार्टी के नेतागण, पार्टी के कार्यकर्ता घर घर जाकर लोगों से संपर्क कर रहे हैं और जो 9 वर्ष की उपलब्धियां हैं उनको आम जन तक पहुंचाने का कार्य कर रहे हैं। केंद्र सरकार ने इन 9 सालों में ऐतिहासिक कार्य किया और ये प्रयास किया है कि इस देश के सभी जो जनता है उसमें गरीब हैं, महिलाएं हैं, अनुसूचित जनजाति जाति वर्ग के लोग हैं, हमारे युवा साथी हैं, हमारे कर्मचारी हैं, व्यापारी हैं, सभी को लाभ देने का प्रयास किया गया है और अनेकों योजनाएं इस देश में। रूपनगर में एक पिता ने अमानवीय घटना को अंजाम दिया। बता दें, पिता ने अपनी ही 1 साल की बेटी की पीट कर हत्या कर दी। वहीं हत्या के बाद परिजनों ने बच्ची के शव को इमरजेंसी में अस्पताल लाया गया, पर जब तक बच्ची की मौत हो चुकी थी। वहीं बच्ची के मौत के बाद परिजनों में हड़कंप मच गया, जिसके बाद परिजनों ने पुलिस को पूरे मामले की जानकारी दी। मतलब कुड़ी ਨੂੰ ਪਹਿਲਾਂ ਨਿਆਣੇ ਨੂੰ ਪਹਿਲਾਂ ਕੁੜੀ ਨੂੰ ਤੰਗ ਕਰਦਾ ਤਾ ਜੀ, ਕੁੜੀ ਪਹਿਲਾਂ ਰਿਪੋਰਟ ਵੀ ਕਰਾਈ ਕਈ ਵਾਰੀ ਜੀ। ਹੁਣ ਛੋਟੀ ਕੁੜੀ ਹੋਈ ਜੀ 1.5 ਸਾਲ ਦੀ ਜੀ, ਠੀਕ ਹੈ ਨਾ। ਪਹਿਲਾਂ ਸਾਡੇ ਕੋਲ ਪਹਿਲਾਂ ਲੈਣ ਗਏ ਜੀ, ਲੈ ਕੇ ਜਾਂਦਾ ਜੀ, ਫਿਰ ਲੈ ਕੇ ਆਇਆ ਜੀ, ਕੁੜੀ ਕੁੱਟਣ ਲੱਗਾ ਛੋਟੀ ਜੀ ਨੂੰ। ਕੁੜੀ ਨੂੰ ਕੁੱਟਦਾ ਕਈ ਵਾਰ ਸਮਝਾਇਆ ਜੀ, ਜਦੋਂ ਕਹਿੰਦਾ ਨਹੀਂ ਕੁੱਟੂਗੀ। ਅੱਜ ਸਵੇਰੇ ਕੁੱਟੀ ਕੁੜੀ ਬਹੁਤ, ਉਹਨੇ ਪਹਿਲਾਂ ਕੁੱਟੀ ਕਈ ਵਾਰੀ। ਹੁਣ ਕੁੱਟੀ ਮਾਰਦੇ ਕੁੜੀ ਦੀ ਮਤਲਬ ਗਲੇ ਬੁਰੇ ਨਿਸ਼ਾਨ ਰੁੱਖੇ ਦੇ ਜੀ, ਕੁੜੀ ਢਿੱਡ 'ਚ ਮਾਰੀ ਮੁੱਕੀ ਮਾਰ ਕੇ ਕੁੜੀ ਨੂੰ ਜੀ ਹਸਪੀਟਲ ਜੀ ਲਗਾਈ ਜੀ। ਮਤਲਬ ਨਿਆਣਿਆਂ ਨੇ ਤੇ ਤਿਆਰ ਹੋ ਕੇ ਖੜੇ ਤੇ ਜੀ ਨਿਆਣੇ। ਮੈਂ ਇਹਨਾਂ ਨੂੰ ਪੁੱਛਣ ਗਈ ਤੀ, ਇਹ ਕਹਿੰਦੇ ਵੀ ਲੱਡੂ ਬਿਮਾਰ ਆ, ਕੁੜੀ ਨੂੰ ਲੱਡੂ ਕਹਿੰਦੇ ਤੇ ਜੀ। ਵੀ ਜਾਂ ਗੱਡੀ 'ਚ ਬੈਠਿਆ ਹੈ ਬਹੂ ਬਾਥਰੂਮ ਮੰਗਈ ਆ ਜਾਂ ਟੈਲੀਫੋਨ ਆ ਗਿਆ। ਜਦ ਇਹ ਗੱਡੀ 'ਚ ਬੈਠਾ ਮੁੰਡੇ ਨੇ ਤਾਕੀ ਲਾ ਲਈ, ਜਦ ਦੇਖਿਆ ਇਹ ਬਹੂ ਨੇ ਵੀ ਤਾਕੀ ਖੋਲ ਲਈ। ਉਹਦੇ ਬਾਅਦ ਇਹਨੂੰ ਪਤਾ ਲੱਗਿਆ ਮੁੰਡੇ ਨੇ ਆਪਣਾ ਸਿਰ ਭੰਨ ਲਿਆ ਉੱਥੇ ਗੱਡੀ 'ਚ ਬੈਠੇ ਨੇ, ਵੀ ਲੱਡੂ ਮਾਰਤਾ ਉਹਨੇ ਸਿਕੰਦਰ ਨੇ। ਤਾਂ ਬਾਅਦ 'ਚ ਪਤਾ ਲੱਗਿਆ ਗਵਾਂਢੀਆਂ ਜਾਂਦੀ ਹੈ ਜੀ, ਚੱਲਦਾ ਨਹੀਂ ਤਾਂ 2 ਬੱਚੇ ਲੱਕੜੀ ਦੀ ਬਾੜ ਕੱਢਦਾ। ਉਹਨਾਂ ਨੇ ਕਰਾਈ, ਉਹਨੇ ਕਰਾਤੀ। ਸਾਫ ਚਾਹੀਦਾ ਉਹਦੀ ਮਾਂ ਨੂੰ ਵੀ ਮਾਰ ਸਕਦਾ ਆ ਬੱਚੀ ਨੂੰ ਭਾਜੀ ਮੈਂ ਕਾਇਦਾ ਕਰਾ ਲਈ। ਮੈਂ ਇੱਕ 14 ਮਹੀਨੇ ਦੀ ਬੱਚੀ ਹੈ ਜਿਹਦੇ ਪੇਰੈਂਟਸ ਸਵੇਰੇ 7 ਵਜੇ ਉਹਦੇ ਨਾਲ ਹੀ ਸੀਗੇ। ਜਦੋਂ ਉਹਦੀ ਮਦਰ ਬਾਥਰੂਮ ਗਈ ਤੇ ਉਹਦਾ ਜਿਹੜਾ ਫਾਦਰ ਹੈ ਉਹ ਉਹਦੇ ਗੋਦ 'ਚ ਸੀਗੀ ਬੱਚੀ, ਤੇ ਉਹਨੇ ਕੁੱਟਣਾ ਮਾਰਨਾ ਸ਼ੁਰੂ ਕਰਤਾ ਬੱਚੀ ਨੂੰ ਤੇ ਉਹਦੇ ਗਲ ਘੋਟ ਕੇ ਉਹਦੀ ਹੱਤਿਆ ਕਰਤੀ ਗਈ। ਇਸ ਵਾਰ ਸਵੇਰੇ ਸਾਡੇ ਕੋਲ ਇੱਕ ਹਸਪੀਟਲ ਤੋਂ ਰੁਕਾ ਆਇਆ ਸੀਗਾ, ਜਿਸ ਤੋਂ ਸਾਨੂੰ पता लग गया कि ऐसा कुछ भी है। फरीदाबाद में केंद्रीय मंत्री कृष्णपाल गुर्जर ने कहा कि प्रधानमंत्री नरेंद्र मोदी के नेतृत्व में आज भारत की अर्थव्यवस्था 5वें नंबर पर है और देश की इकोनॉमी में उद्योग और उद्योगपति रीढ़ की हड्डी का काम कर रहे हैं। और साथ ही उन्होंने ये भी कहा कि ये पहली बार है कि भारत की तरक्की की दुनिया भर के लोग सराहना कर रहे हैं, लेकिन कुछ ऐसे देश भी हैं जिनको तरक्की पसंद नहीं। ये जो मोदी और मनोहर जी की सरकार है, ये सकारात्मक काम करने वाली सरकार है। ये लोगों की समस्याएं जो आती हैं उनका समाधान करने वाली सरकार है। इसलिए और वैसे भी आप जानते हैं कि देश की जो इकोनॉमी है उसमें हमारा जो उद्योग है देश का, वो उसमें रीढ़ की हड्डी का काम करता है। आज देश की जो अर्थव्यवस्था 5वें नंबर की आज हुई है मोदी जी के नेतृत्व में, तो उसमें हमारे देश के उद्योगपतियों का, उद्योगों का बहुत बड़ा योगदान है। होशियारपुर के गांव नंगल बिहाला में बीमारी के दौरान बीएसएफ के जवान की पीजीआई अस्पताल में मौत हो गई, जिसके बाद उनको राजकीय सम्मान के साथ अंतिम विदाई दी गई। वहीं गांव वालों का कहना है कि कोई भी प्रशासनिक अधिकारी अंतिम संस्कार पर नहीं पहुंचा। वहीं जानकारी देते हुए सिपाही राकेश कुमार के भाई ने बताया कि मेरा भाई सेंट्रल हेडक्वार्टर बीकानेर में तैनात था और अपनी बीमारी के चलते इलाज करवाने गांव आया था और उसका इलाज पीजीआई अस्पताल में चल रहा था, पर बीते दिन इलाज दौरान उसकी मौत हो गई। ये मेरे बड़े ब्रदर से राकेश कुमार जी काफ़ी समय तो बीमार चले सी, ब्लॉकेज आ गई थी, हार्ट पेशेंट भी से कहते नशे ब्लॉकेज हो गई सी। तो जिस तरह ड्यूटी तो आए बीकानेर इन्होंने पोस्टिंग सी बीकानेर, तो जो ड्यूटी तो आए तो हालत काफ़ी खराब सी, जिस तरह उन्होंने एडमिट किया गया और बीएसएफ तो रैफर किया गया इन्होंने पीजीआई चंडीगढ़ तक। उत्थे इनका इलाज रहा तकरीबन 9 दिन इनका ऑपरेट होया इन्हों का, लेकिन जो कि फिर भी प्रॉपर तरह वो नहीं रिकवर कर सकते। जी राकेश कुमार जी सन ऑफ श्री राम जी दास जी ये बीएसएफ च जॉब करते थे, तो काफ़ी दिनों तो पिछले बीमार से, तो हुण इन्हां दी अज इन्हां दी डैथ हो गई सी।
ਤੇ ਅਸੀਂ ਇਹਨਾਂ ਦੇ ਮਹਿਕਮੇ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਜੀ ਵੀ ਇਹਨਾਂ ਦੇ ਇੱਕ ਮੈਂਬਰ ਨੂੰ ਘਰ ਦੇ ਵਿੱਚੋਂ ਨੌਕਰੀ ਦਿੱਤੀ ਜਾਏ ਤੇ ਜੋ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਦਿੱਤਾ ਜਾਏ। BSF ਮਾਧੋਪੁਰ ਪਠਾਨਕੋਟ ਕੱਲ ਸ਼ਾਮ ਨੂੰ ਸਾਨੂੰ ਪਤਾ ਲੱਗਾ ਸੀ ਕਿ ਇੱਕ ਸਾਡਾ BSF ਦਾ ਮੈਂਬਰ ਜਿਹੜਾ ਸੈਕਟਰ ਆਊਟਕਟ BSF बीकानेर ड्यूटी पे तैनात थी, लेकिन कुछ टाइम तो वो बेचारा बीमार चल रहा ही जो कि PGI चंडीगढ़ में एडमिट थी। तो कल उन्होंने अचानक मौत हो गई है, जिसके कारण सानू BSF की टुकड़ी 58 बटालियन BSF अपने पठानकोट माधोपुर तो आई है। उन्होंने अपने शहीद जवान को गॉड ऑफ ऑनर दिता है, सलामी दी गई है। प्लस खबर फरीदाबाद से है, जहां रिटायर हुए कर्मचारी राजेंद्र सिंह पर किसी व्यक्ति ने भ्रष्टाचार के आरोप लगाए हैं। बता दें, व्यक्ति ने राजेंद्र सिंह की चंडीगढ़ में कोठी, BMW कार समेत करीब 20 करोड़ रुपए की प्रॉपर्टी रिश्वत लेकर अर्जित करने के साथ साथ कई आरोप लगाए हैं, जिस पर रिटायर्ड कर्मचारी ने सारे आरोपों को झूठ बताया है। बता दें, कर्मचारी राजेंद्र सिंह ने 36 साल नगर निगम में सेवा देने के बाद रिटायर हुए। दिल से शुक्र करता हूँ कि आप मेरी भी सुनने आए, क्योंकि कुछ दिन पहले एक शिकायतकर्ता ने, मैं जानता नहीं, एक तरफा वाइट चलाई थी जिसमें मेरे ऊपर निराधार आरोप लगाए गए थे। और आगे मैं यहाँ नगर निगम में बेदाग 36 साल नौकरी करने के बाद 31 जनवरी 2023 को रिटायर हो गया था। मैं उस टाइम बतौर सब रजिस्ट्रार नोडल अफसर नगर निगम कार्यरत था। ये सब आरोप लगाए गए हैं आप पर कि आप रिटायर होने के बाद आपने कुछ दस्तावेज साइन वगैरह किए थे और आपकी कोठी बताई गई है, आप पर जो है वो भ्रष्टाचार का आरोप है। क्या ये पूरा मामला है? सर, इसके बारे में बताना चाहूँगा, जो कि आरोप लगाए गए हैं रिटायरमेंट के बाद दस्तक किए थे, वो ओल्ड फरीदाबाद की कहानी थी। वहाँ के सिपाही निरीक्षक ने मुझे ऑन कॉल बुलाया था, किसी कोर्ट मैटर की हम तैयारी कर रहे थे। नवा शहर के काटगढ़ के पास के गांव में मां बेटे की मौत के बाद परिजनों ने, उनका परिवार के सदस्यों ने उनका अंतिम संस्कार कराया। गौरतलब है कि गांव एमा चहल के कृष्ण देव के 24 साल के बेटे पर कनाडा में कुछ अज्ञात लोगों ने हमला कर दिया और उनकी मौत हो गई थी। वहीं बेटे की मौत की खबर सुनते ही मां को सदमा बर्दाश्त नहीं कर पाई और दिल का दौरा पड़ने से मां की मौत हो गई, जिसके बाद पूरे विधानसभा क्षेत्र में सन्नाटा पसर गया। ਅੱਜ ਬਹੁਤ ਵੱਡਾ ਦੁੱਖ ਹੈ ਸਾਡੇ ਬਲਾਚੌਰ ਹਲਕੇ ਦੇ ਵਿੱਚ ਐਮਾ ਚਾਲ ਦੇ ਵਿੱਚ ਜਿਹੜਾ ਇੱਕ ਹਾਦਸਾ ਹੋਇਆ। ਤੁਸੀਂ ਲੜਕਾ 20-22 ਸਾਲ ਦਾ ਕੈਨੇਡਾ ਗਿਆ ਵਾ ਸੀਗਾ, ਚੰਚੇਤ ਉਹਦੀ ਜਿਹੜੀ ਹੈਗੀ ਮੌਤ ਹੋ ਗਈ ਤੇ ਉਹ ਬਰਦਾਸ਼ਤ ਨਹੀਂ, ਮਾਂ ਤੋਂ ਬਰਦਾਸ਼ਤ ਨਹੀਂ ਹੋਇਆ ਤਾਂ ਉਹਨਾਂ ਵੀ ਜਿਹੜੇ ਹੈਗੀ ਹੈ ਮੌਤ। ਕਦੇ ਇਹ ਨਹੀਂ ਸੁਣਿਆ ਇੱਕ ਘਰ ਦੇ ਵਿੱਚੋਂ ਅੱਜ ਦੋ ਜਿਹੜੀਆਂ ਅਰਥੀਆਂ ਚੁੱਕ ਰਹੀਆਂ। ਸਾਡਾ ਪੂਰਾ ਇਲਾਕਾ ਬਲਾਚੌਰ ਦਾ ਜਿਹੜਾ ਹਿਲਾ ਕੇ ਰੱਖ ਦਿੱਤਾ। ਅੱਜ ਤੁਸੀਂ ਦੇਖਦੇ ਜਿਨ੍ਹਾਂ ਦਾ ਕੋਈ ਵੀ ਲਿੰਕ ਨਹੀਂ, ਰਿਸ਼ਤੇਦਾਰੀ ਨਹੀਂ ਹੈਗੀ, ਅੱਜ ਉਹ ਸਾਰੇ ਲੋਕੀ ਜਿਹੜੇ ਹੈਗੇ ਅੱਜ ਆਏ। ਇਹਦਾ ਐਡਾ ਵੱਡਾ ਦੁੱਖ ਸਦਮਾ ਹੈ, ਸਾਰਿਆਂ ਨੂੰ ਪਹੁੰਚਿਆ ਹੈਗਾ। ਮੈਂ ਤਾਂ ਹੁਣ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਇਹ ਪਰਮਾਤਮਾ ਜਿਹੜੀ ਉਹਨਾਂ ਵਿਛੜੀਆਂ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਪਿੱਛੇ ਸਾਰੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। पंजाब में असामाजिक तत्वों पर लगाम लगाने के सेंट्रल जेल में अभियान चलाया। यह अभियान डॉक्टर अखिल चौधरी IPS सीनियर कप्तान के देखरेख में किया गया। बता दें, सेंट्रल जेल के अंदर नशीले पदार्थों और हथियारों की तस्करी के रैकेट का भंडा फोड़ा गया, जहां 2 अपराधियों को गिरफ्तार कर लिया गया है। वहीं दोनों आरोपियों के पास से 1 किलो हेरोइन, 3 पिस्तौल, कारतूस, 260 ड्रग मनी, 1,40,000 रुपए, वजन मापने की मशीन जब्त की गई है। कल एक अहम प्राप्ति नवांशहर और SBS नगर पुलिस ਨੂੰ ਹੋਈ ਹੈ, ਜਿਹੜੇ ਵਿੱਚ ਇਹਨਾਂ ਨੇ ਕੱਲ ਗੜਸ਼ੰਕਰ ਤੋਂ ਹੋਂਡਾ ਐਕਟਿਵਾ ਸਕੂਟਰ ਤੇ ਆਂਦੇ ਹੋਏ 2 ਸ਼ਖਸ ਅਰੈਸਟ ਕੀਤੇ ਕਰੀਬ 9:15 ਵਜੇ ਮਹਿੰਦੀਪੁਰ ਚੌਕ ਨਵਾਂਸ਼ਹਿਰ ਵਿੱਚ। ਇਹਨਾਂ ਤੋਂ 1.2 ਕਿਲੋ ਹੈਰੋਇਨ और इस तो अलावा 3 हथियार बरामद हुए हैं, जिन्होंने विचों एक 30 बोर का हथियार है, एक 32 बोर का पिस्टल है और एक 12 बोर का कट्टा है। और 260 करीब इन्हों को कार्ट्रिजेस बरामद हुए हैं। 1,40,000 रुपये ड्रग बनी हुई है और इसके अलावा एक तोलने वाला कंडा बरामद। फिलहाल इस बुलेटिन में इतना ही। पंजाब हरियाणा की तमाम बड़ी खबरों के लिए बने रहिए आज की खबर के साथ।